Hello student, in this video we will cover the topic collision free protocols. ਤਾਂ ਕਿਹੜੇ collision free protocols ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ। ਬਾਈਨਰੀ ਕਾਊਂਟਡਾਊਨ, ਲਿਮਿਟਡ ਕੰਟੈਂਸ਼ਨ ਤੇ ਲਿਮਿਟਡ ਕੰਟੈਂਸ਼ਨ ਦੀ ਇੱਕ ਟਾਈਪ ਹੈ ਜਿਹਨੂੰ ਆਪਾਂ ਕਹਿੰਦੇ ਆ ਅਡੈਪਟਿਵ ਟਰੀ ਵਾਕ ਪ੍ਰੋਟੋਕੋਲ। First is binary countdown. Binary countdown protocol is used to overcome the overhead 1 bit per binary station. ਜਿਹੜਾ ਬਾਈਨਰੀ ਕਾਊਂਟਡਾਊਨ ਮੈਥਡ ਹੈ ਉਹਦੇ 'ਚ ਕੀ ਵਾ ਬਾਈਨਰੀ ਸਟੇਸ਼ਨ ਐਡਰੈਸਸ ਜਿਹੜੇ ਹੈਗੇ ਯੂਜ਼ ਕਰਦੇ ਆ। A station wanting to use the channel broadcast its address as binary bit. Binary ਦੀ ਫਾਰਮ ਦੇ ਵਿੱਚ ਉਹ ਆਪਦਾ ਐਡਰੈਸ ਜਿਹੜਾ ਬ੍ਰੌਡਕਾਸਟ ਕਰਦਾ ਹੈ। All addresses are assumed of same length. ਜਿੰਨੇ ਵੀ ਸਟੇਸ਼ਨਸ ਦੇ ਚੈਨਲ ਦੇ ਡਾਟਾ ਭੇਜਣਾ ਸਭ ਦੀ ਜਿਹੜੇ ਐਡਰੈਸਸ ਦੀ ਲੈਂਥ ਜਿਹੜੀ ਹੈ ਸੇਮ ਹੁੰਦੀ ਹੈ। ਇਹਦੇ ਲਈ ਆਪਾਂ ਨੈਕਸਟ ਸਲਾਈਡ ਦੇ ਵਿੱਚ ਜਿਹੜੀ ਐਗਜ਼ਾਮਪਲ ਕਰਾਂਗੇ ਆਪਾਂ ਉਹਦੇ 'ਚ ਦੇਖਾਂਗੇ ਕਿਵੇਂ ਜਿਹੜੇ ਸਟੇਸ਼ਨਸ ਜਿਹੜੇ ਆਪਦੇ ਬਾਈਨਰੀ ਐਡਰੈਸਸ ਭੇਜਦੇ ਆ। ਉਹਦੇ 'ਚ ਆਪਾਂ ਕਿਵੇਂ ਕਰਦੇ ਆ ਆਹ ਤੁਹਾਡੀ ਐਗਜ਼ਾਮਪਲ ਹੈ। ਇਹਦੇ 'ਚ 4 ਸਟੇਸ਼ਨ ਜਿਹੜੇ ਹੈਗੇ ਆ ਉਹ ਜਿਹੜਾ ਡਾਟਾ ਸੈਂਡ ਕਰਨਾ ਚਾਹੁੰਦੇ ਆ। 4 ਸਟੇਸ਼ਨ 'ਚੋਂ ਸਭ ਤੋਂ ਪਹਿਲਾਂ ਕੀ ਆ ਆਪਾਂ ਚਾਰੋਂ ਸਟੇਸ਼ਨਸ ਦੀ ਜਿਹੜੀ ਹੈਗੀ ਆ ਫਸਟ ਹਾਈ ਆਰਡਰ ਬਿਟ ਦੇਖਾਂਗੇ। ਫਸਟ ਦੀ ਵੀ 0 ਹੈ, ਸੈਕੰਡ ਦੀ 0 ਹੈ, ਥਰਡ ਦੀ 1 ਹੈ ਤੇ ਫੋਰਥ ਦੀ 1 ਹੈ। ਇਹਦਾ ਮਤਲਬ ਫਸਟ ਸੈਕੰਡ ਦੀ ਬਿਟ 0 ਹੈ। ਇਹ ਤਾਂ ਜਿਹੜੇ ਦੋਨੋਂ ਸਟੇਸ਼ਨ ਹੈ ਨਾਲ ਦੀ ਨਾਲ ਹੀ ਗਿਵ ਅਪ ਕਰ ਦੇਣਗੇ ਕਿਉਂਕਿ ਅਗਲੇ ਦੋ ਸਟੇਸ਼ਨਸ ਦੇ ਕੋਲ 1 ਹੈ ਤਾਂ ਫਸਟ 2 ਸਟੇਸ਼ਨਸ ਇਨ ਦੀ ਹਾਈ ਆਰਡਰ ਬਿਟ ਜਿਹੜੀ 0 ਹੈ ਤਾਂ ਦੋਨੋਂ ਸਟੇਸ਼ਨਸ ਕੀ ਕਰਨਗੇ ਗਿਵ ਅਪ ਕਰ ਦੇਣਗੇ। ਤਾਂ ਨੈਕਸਟ ਉਸ ਤੋਂ ਬਾਅਦ ਦੋ ਸਟੇਸ਼ਨ ਹੈ ਜਿਨ੍ਹਾਂ ਦੀ ਫਸਟ ਬਿਟ 1 ਹੈ, ਨੈਕਸਟ ਬਿਟ ਦਾ ਆਪਾਂ ਦੇਖੀ 0 ਹੈ। ਉਸ ਤੋਂ ਬਾਅਦ ਨੈਕਸਟ ਆਈ ਨੈਕਸਟ ਬਿਟ ਦੀ ਜਿਹੜੀ ਹੈਗੀ ਹੈ ਥਰਡ ਸਟੇਸ਼ਨ ਦੀ 0 ਹੈ, ਫੋਰਥ ਸਟੇਸ਼ਨ ਦੀ 1 ਹੈ। ਇਹਦਾ ਮਤਲਬ ਕਿ ਥਰਡ ਸਟੇਸ਼ਨ ਹੈ ਇਹ ਸਟੇਸ਼ਨ 1001 ਸੀਜ਼ ਦੈਟ ਕਿ 1 ਹੈਗਾ ਅਗਲੇ ਸਟੇਸ਼ਨ ਦਾ ਉਹ ਵੀ ਗਿਵ ਅਪ ਕਰ ਦੂਗਾ। ਇਹਦਾ ਮਤਲਬ ਲਾਸਟ ਸਟੇਸ਼ਨ 1010 ਹੈ ਜਿਹਦਾ ਇਹਦੀ ਟਰਨ ਆਊਗੀ ਇਹਨੂੰ ਆਪਣਾ ਸਟੇਸ਼ਨ ਮਿਲੂਗਾ। ਇਹੀ ਚੀਜ਼ ਮੈਂ ਇੱਥੇ ਦੇਖੋ ਇਸ ਸਲਾਈਡ ਦੇ ਵਿੱਚ ਐਕਸਪਲੇਨ ਕੀਤੀ ਹੋਈ ਹੈ। In this method, different station addresses are odd together who decide the priority of transmitting. ਜੇ ਤੁਹਾਡੇ ਕੋਲ ਆਹ 4 ਸਟੇਸ਼ਨ ਹੈ all trying to seize the channel, ਸਾਰੇ ਟਰਾਈ ਕਰ ਰਹੇ ਆ ਚੈਨਲ ਨੂੰ ਲੈਣ ਲਈ। all the station at the first broadcast their most significant bit ਸਭ ਤੋਂ ਫਸਟ ਬਿਟ ਜਿਹੜੀ ਹੈਗੀ ਆ ਉਹ ਭੇਜੀ ਜਾਊਗੀ ਤਾਂ ਉਹ ਹੈਗੀ ਹੈ 0011 respectively. The most significant bits are odd together. ਆਪਾਂ ਉਹਨੂੰ OR ਕੀਤਾ ਸਟੇਸ਼ਨ 0010 and 0100 sees at 1 most significant bit another station. ਅਗਲੇ ਜਿਹੜੇ ਸਟੇਸ਼ਨ ਉਹਨਾਂ 'ਚ 1 ਹੈਗਾ ਤਾਂ ਇਸ ਕਰਕੇ ਜਿਹੜੀ ਹੈਗੇ ਆ ਉਹ ਹਾਈ ਨੰਬਰਡ ਸਟੇਸ਼ਨਸ ਨੇ ਤਾਂ ਆਪਾਂ ਉਹ ਜਿਹੜੇ ਪਹਿਲਾਂ ਵਾਲੇ ਦੋਨੋਂ ਸਟੇਸ਼ਨ ਆ ਜਿਹਦੀ ਮੋਸਟ ਸਿਗਨੀਫੀਕੈਂਟ ਬਿਟ 0 ਹੈ ਉਹ ਕੀ ਹੈ ਗਿਵ ਅਪ ਕਰ ਦੇਣਗੇ ਉਸ ਰਾਊਂਡ ਦੇ ਵਿੱਚ। ਸਟੇਸ਼ਨ 1001 ਐਂਡ 1010 ਕੰਟੀਨਿਊ ਕਰਨਗੇ। ਨੈਕਸਟ ਬਿਟ ਆ ਗਈ 0 ਫਿਰ ਦੋਨੋਂ ਸਟੇਸ਼ਨ ਕੰਟੀਨਿਊ ਕਰਨਗੇ। ਹੁਣ ਥਰਡ ਬਿਟ ਦੇਖੋ ਹੈ 1001 ਦੀ 0 ਹੈ ਤੇ 1010 ਦੀ 1 ਹੈ। ਇਸ ਕਰਕੇ ਜਿਹੜਾ ਥਰਡ ਸਟੇਸ਼ਨ ਹੈ 1001 ਇਹ ਗਿਵ ਅਪ ਕਰ ਦੂਗਾ ਤਾਂ ਵਿਨਰ ਸਟੇਸ਼ਨ ਕੀ ਹੋ ਗਿਆ 1010 ਕਿਉਂਕਿ ਉਹਦਾ ਸਭ ਤੋਂ ਹਾਈਐਸਟ ਐਡਰੈਸ ਹੈ ਬਾਈਨਰੀ ਦੇ ਅਕੋਰਡਿੰਗਲੀ। ਹੁਣ ਆਪਣੀ ਜਿਹੜੀ ਬਿਡ ਆ ਉਹਨੇ ਵਿਨ ਕਰ ਲਈ ਤਾਂ ਇਹ ਟਰਾਂਸਮਿਟ ਕਰਨਾ ਸ਼ੁਰੂ ਕਰ ਦੂਗਾ। ਉਸ ਤੋਂ ਬਾਅਦ ਫਿਰ ਨੈਕਸਟ ਬਿਡਿੰਗ ਸਾਈਕਲ ਸਟਾਰਟ ਹੋਊਗਾ। ਇਵੇਂ ਬਿਡਿੰਗ ਸਾਈਕਲ ਚੱਲਦੇ ਰਹਿਣਗੇ ਔਰ ਜਿਹੜੇ ਸਟੇਸ਼ਨ ਦੀ ਹੈ ਟਰਨ ਉਹਦੇ ਬਾਈਨਰੀ ਐਡਰੈਸ ਦੇ ਅਕੋਰਡਿੰਗਲੀ ਉਹਦੀ ਟਰਨ ਜਿਹੜੀ ਹੈ ਆਈ ਜਾਊਗੀ। ਨੈਕਸਟ ਇਜ਼ ਲਿਮਿਟਡ ਕੰਟੈਂਸ਼ਨ ਪ੍ਰੋਟੋਕੋਲ। ਹੁਣ ਸਭ ਤੋਂ ਪਹਿਲਾਂ ਆਪਾਂ ਕੰਟੈਂਸ਼ਨ ਦੀ ਗੱਲ ਕਰਦੇ ਹਾਂ। ਕੰਟੈਂਸ਼ਨ ਪ੍ਰੋਟੋਕੋਲਸ ਵਿੱਚ ਕੀ ਹੁੰਦਾ ਹੈ ਜਦੋਂ ਤੁਹਾਡਾ ਲਾਈਟ ਹੁੰਦਾ ਲੋਡ ਨੈਟਵਰਕ ਦੇ ਉੱਪਰ ਜਿਹੜਾ ਲੋਡ ਹੈ ਬਹੁਤ ਘੱਟ ਹੁੰਦਾ ਹੈ ਤਾਂ ਡਿਲੇ ਵੀ ਲੋ ਹੁੰਦੀ ਹੈ। ਪਰ ਜਿਵੇਂ ਜਿਵੇਂ ਲੋਡ ਇਨਕਰੀਜ਼ ਹੋਈ ਜਾਂਦਾ ਹੈ ਤਾਂ ਉਦੋਂ ਕੀ ਹੈ ਪਰਫਾਰਮੈਂਸ ਸਿਸਟਮ ਦੀ ਡੀਗ੍ਰੇਡ ਹੋ ਜਾਂਦੀ ਹੈ ਤਾਂ ਕੰਟੈਂਸ਼ਨ ਮੈਥਡ ਜਿਹੜਾ ਹੈਗਾ ਅਟਰੈਕਟਿਵ ਨਹੀਂ ਰਹਿੰਦਾ। ਬਟ ਕੰਟੈਂਸ਼ਨ ਫ੍ਰੀ ਪ੍ਰੋਟੋਕੋਲਸ ਕੀ ਹੁੰਦਾ ਇਹਦੇ ਬਿਲਕੁਲ ਰਿਵਰਸ ਹੁੰਦਾ ਹੈ। ਜਦੋਂ ਲੋਡ ਘੱਟ ਹੁੰਦਾ ਹੈ ਲੋਡ ਲੋ ਹੁੰਦਾ ਹੈ ਤਾਂ ਡਿਲੇ ਵੀ ਜ਼ਿਆਦਾ ਹੁੰਦੀ ਹੈ। ਐਟ ਲੋ ਲੋਡ ਦੇ ਹੈਵ ਹਾਈ ਡਿਲੇ ਬਟ ਜਿਵੇਂ ਜਿਵੇਂ ਲੋਡ ਇਨਕਰੀਜ਼ ਹੋਈ ਜਾਂਦਾ ਚੈਨਲ ਦੀ ਐਫੀਸ਼ੀਐਂਸੀ ਡੀਗ੍ਰੇਡ ਹੋਣ ਦੀ ਬਜਾਏ ਚੈਨਲ ਦੀ ਐਫੀਸ਼ੀਐਂਸੀ ਇੰਪਰੂਵ ਹੋ ਜਾਂਦੀ ਹੈ। ਤਾਂ ਬੈਟਰ ਇਹ ਹੈ ਕਿ ਆਪਾਂ ਦੋਨੋਂ ਪ੍ਰੋਟੋਕੋਲਸ ਦੀ ਪ੍ਰੋਪਰਟੀਜ਼ ਨੂੰ ਕੰਬਾਈਨ ਕਰ ਲਈਏ ਤੇ ਇੱਕ ਨਵਾਂ ਪ੍ਰੋਟੋਕੋਲ ਡਿਜ਼ਾਈਨ ਕਰੀਏ ਜਿਹਦਾ ਆਪਾਂ ਨਾਮ ਰੱਖਿਆ ਲਿਮਿਟਡ ਕੰਟੈਂਸ਼ਨ ਮੈਥਡ ਜਿਹਦੇ 'ਚ ਆਪਾਂ ਕੰਟੈਂਸ਼ਨ ਐਂਡ ਕੰਟੈਂਸ਼ਨ ਫ੍ਰੀ ਪ੍ਰੋਟੋਕੋਲ ਦੋਨਾਂ ਦੀ ਪ੍ਰੋਪਰਟੀਜ਼ ਨੂੰ ਕੰਬਾਈਨ ਕੀਤਾ। ਤਾਂ ਆਪਾਂ ਪ੍ਰੋਟੋਕੋਲ ਉਹਦੇ 'ਚ ਜਦੋਂ ਆਪਣਾ ਲੋ ਹੋਊਗਾ ਲੋਡ ਤਾਂ ਆਪਾਂ ਪ੍ਰੋਟੋਕੋਲ ਯੂਜ਼ ਕਰਾਂਗੇ ਕੰਟੈਂਸ਼ਨ। ਅਗਰ ਆਪਣਾ ਹਾਈ ਹੋਊਗਾ ਲੋਡ ਤਾਂ ਆਪਾਂ ਕੰਟੈਂਸ਼ਨ ਫ੍ਰੀ ਪ੍ਰੋਟੋਕੋਲ ਯੂਜ਼ ਕਰਾਂਗੇ ਔਰ ਇੱਕ ਨਵਾਂ ਪ੍ਰੋਟੋਕੋਲ ਤੁਹਾਡੇ ਕੋਲ ਆ ਗਿਆ ਜਿਹਦਾ ਨਾਮ ਆਪਾਂ ਰੱਖਿਆ limited contention protocol. Suppose that k stations are contending for channel access. Each has probability p of transmitting during each slot. The probability that some stations successfully acquire the channel during a given slot is k p1 minus p k minus 1. ਹੁਣ ਆਪਣੇ ਕੋਲ ਆ probability ਦਾ ਫਾਰਮੂਲਾ ਆ ਗਿਆ ਕਿ ਜਦੋਂ
कोई भी स्टेशन सक्सेसफुली एक्वायर कर लेंदा चैनल ਨੂੰ। टू फाइंड द ऑप्टिमल वैल्यू ऑफ p we differentiate it with respect to p, set the result to 0 and solve for p। ਆਪਾਂ p ਦੀ ਵੈਲਿਊ ਕੈਲਕੂਲੇਟ ਕਰ ਗਈ, ਸਾਡੇ ਕੋਲ ਬੈਸਟ ਵੈਲਿਊ ਕੀ ਆਈ p ਦੀ 1/k। ਹੁਣ ਆਪਾਂ p ਦੀ ਵੈਲਿਊ ਪੁੱਟ ਕਰ ਲਾਂਗੇ ਤਾਂ ਆਪਣੇ ਕੋਲ ਜਿਹੜਾ ਹੈਗਾ ਉਹਦੇ ਅਕੋਰਡਿੰਗਲੀ ਆਪਾਂ ਗ੍ਰਾਫ ਬਣਾਇਆ। ਉਹ ਗ੍ਰਾਫ ਮੈਂ ਨੈਕਸਟ ਸਲਾਈਡ ਦੇ ਵਿੱਚ ਸ਼ੋ ਕੀਤਾ ਹੋਇਆ। ਉਹਦੇ ਵਿੱਚ ਦੇਖੋ ਕਿ ਜੇ ਨੰਬਰ ਆਫ ਸਟੇਸ਼ਨ ਸਮਾਲ ਨੇ ਤਾਂ ਚਾਂਸਸ ਆਫ ਸਕਸੈਸ ਜਿਹੜੇ ਤੁਹਾਡੇ ਬਹੁਤ ਵਧੀਆ ਨੇ, ਬਟ ਐਸ ਸੂਨ ਐਸ ਜਿਵੇਂ ਜਿਵੇਂ ਤੁਹਾਡੇ ਨੰਬਰਸ ਜਿਹੜੇ ਆਫ ਸਟੇਸ਼ਨਸ ਦੇ ਵਧੀ ਜਾਂਦੇ ਆ, ਈਵਨ 5 ਵੀ ਹੋ ਗਏ ਤਾਂ ਪ੍ਰੋਬੇਬਿਲਿਟੀ ਕੀ ਹੋ ਜਾਂਦੀ ਹੈ, ਡ੍ਰੌਪ ਹੋ ਰਹੀ ਹੈ। ਤੁਹਾਡਾ ਪਲਾਟ ਹੈ, ਇਹਦੇ ਵਿੱਚ ਪ੍ਰੋਬੇਬਿਲਿਟੀ ਆਫ ਸਕਸੈਸ ਦਿਖਾਈ ਹੋਈ ਹੈ ਤੇ ਨੰਬਰ ਆਫ ਰੈਡੀ ਸਟੇਸ਼ਨਸ ਸ਼ੋ ਹੋ ਰਿਹਾ ਹੈ। From the above figure, it is fairly obvious that probability of some station acquiring the channel can be increased only by decreasing the amount of computation। ਤਾਂ ਆਪਣੀ probability ਕਿਸੇ ਵੀ ਸਟੇਸ਼ਨ ਦੀ ਚੈਨਲ ਨੂੰ acquire ਕਰਨ ਦੀ ਕਦੋਂ ਵਧੂਗੀ, ਜਿਵੇਂ ਜਿਵੇਂ ਆਪਾਂ amount of computation ਜਿਹੜਾ ਡਿਕਰੀਜ਼ ਕਰੀ ਜਾਵਾਂਗੇ। ਤੇ ਲਿਮਿਟਡ ਕੰਟੈਂਸ਼ਨ ਪ੍ਰੋਟੋਕੋਲ 'ਚ ਇਹੀ ਹੁੰਦਾ। ਆਪਾਂ ਇਹਦੇ 'ਚ ਕੰਪੀਟੀਸ਼ਨ ਨੂੰ ਘਟਾਉਂਦੇ ਆ। ਆਪਾਂ ਜਿਹੜੇ ਕੀ ਕਰਦੇ ਆ, ਸਟੇਸ਼ਨਸ ਨੂੰ ਡਿਵਾਈਡ ਕਰ ਲੈਂਦੇ ਆ ਗਰੁੱਪਸ ਦੇ ਵਿੱਚ। Only the members of group 0 are permitted to compete for slot 0। ਜਿਹੜੇ ਗਰੁੱਪ 0 ਦੇ ਅੰਡਰ ਹੈ ਉਹੀ ਸਾਰੇ slot 0 ਵਿੱਚ ਕੋਸ਼ਿਸ਼ ਕਰਨਗੇ ਟ੍ਰਾਂਸਫਰ ਕਰਨ ਦੀ। If one of them succeed, it acquire the channel and transmit the frame। If slot lies fallow or if there is a collision, ਜੇ collision ਆ ਗਈ ਤਾਂ ਅਗਲੇ ਗਰੁੱਪ ਦੇ ਮੈਂਬਰਸ ਜਿਹੜੇ ਹੈਗੇ ਅਗਲੇ slot ਦੇ ਵਿੱਚ ਟਰਾਈ ਕਰਨਾ ਸ਼ੁਰੂ ਕਰ ਦੇਣਗੇ। By making an appropriate division of station into groups, the amount of contention for each slot can be reduced। ਤਾਂ ਜਿਵੇਂ ਜਿਵੇਂ ਆਪਣੀ ਗਰੁੱਪਿੰਗ ਦੀ ਵਧੀਆ ਡਿਵੀਜ਼ਨ ਹੋਈ ਜਾਊਗੀ ਉਵੇਂ ਤੁਹਾਡੀ ਕੋਲੀਜਨਸ ਜਿਹੜੀ ਹੈਗੀ ਹੈ ਘਟੀ ਜਾਣਗੀਆਂ। ਨੈਕਸਟ ਆਪਾਂ ਦੇਖਦੇ ਹਾਂ ਕਿ ਹਾਊ ਟੂ ਅਸਾਈਨ ਸਟੇਸ਼ਨ ਟੂ ਸਲੋਟਸ। ਸਟੇਸ਼ਨਸ ਨੂੰ ਸਲੋਟਸ ਕਿਵੇਂ ਦੇਣੇ ਨੇ। ਸਭ ਤੋਂ ਫਸਟ ਕੇਸ 'ਚ ਆਪਾਂ ਦੇਖ ਲਿਆ ਇੱਕ ਗਰੁੱਪ ਦੇ ਵਿੱਚ ਇੱਕ ਹੀ ਮੈਂਬਰ ਲਵਾਂਗੇ। ਈਚ ਗਰੁੱਪ ਹੈਜ਼ ਬਟ 1 ਮੈਂਬਰ। ਜਦੋਂ ਆਪਾਂ ਇੱਕ ਹੀ ਮੈਂਬਰ ਲਿਆ ਤਾਂ ਕੋਈ ਵੀ ਕੋਲੀਜਨ ਨਹੀਂ ਹੋਊਗੀ, ਕਿਉਂਕਿ ਇੱਕ ਟਾਈਮ ਤੇ ਇੱਕ ਹੀ ਸਟੇਸ਼ਨ ਇੱਕ ਸਲੋਟ ਨੂੰ ਯੂਜ਼ ਕਰ ਰਿਹਾ। ਤਾਂ ਨੈਕਸਟ ਕੇਸ ਦੇ ਵਿੱਚ ਆਪਾਂ ਕੀ ਲਿਆ 2 ਸਟੇਸ਼ਨਸ ਪਰ ਗਰੁੱਪ। ਤਾਂ ਦੋਨੋਂ ਟਰਾਈ ਕਰਨਗੇ, ਦੋਨਾਂ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਸਕਸੈਸ ਦੀ, ਆਪਾਂ ਉਹਦੀ ਪ੍ਰੋਬੇਬਿਲਿਟੀ ਦੀ ਵੈਲਿਊ ਲੈ ਲਈ p। ਉਸ ਤੋਂ ਬਾਅਦ ਆਪਾਂ ਕੀ ਕੀਤਾ, ਜਿਵੇਂ ਜਿਵੇਂ ਨੰਬਰਸ ਜਿਹੜੇ ਹੈਗੇ ਆ ਉਹ ਸਲੋਟ ਦੇ ਵਿੱਚ ਇਨਕਰੀਜ਼ ਕਰੀ ਜਾਵਾਂਗੇ ਨੰਬਰ ਆਫ ਸਟੇਸ਼ਨਸ, ਤੇ ਕੋਲੀਜਨ ਜਿਹੜੀ ਹੈਗੀ ਹੈ ਹੋਰ ਵਧੀ ਜਾਊਗੀ। ਤਾਂ ਹੁਣ ਆਪਾਂ ਲਾਸਟ ਤੇ ਕਨਕਲੂਜਨ ਕੀ ਕੱਢਿਆ, ਆਪਾਂ ਕਿਵੇਂ ਜਿਹੜੇ ਹੈਗੇ ਅਸਾਈਨ ਕਰਨੇ ਆ ਸਟੇਸ਼ਨ ਨੂੰ ਸਲੋਟਸ। ਆਪਾਂ ਕੀ ਕੀਤਾ, ਉਹਨੂੰ ਡਾਇਨਾਮਿਕਲੀ ਜਿਹੜੇ ਹੈਗੇ ਅਸਾਈਨ ਕਰਾਂਗੇ। ਜੇ ਆਪਣੇ ਕੋਲ ਲੋਡ ਘੱਟ ਹੈ ਤਾਂ ਮੈਨੀ ਸਟੇਸ਼ਨਸ ਪਰ ਸਲੋਟ, ਔਰ ਅਗਰ ਆਪਣੇ ਕੋਲ ਲੋਡ ਹਾਈ ਹੈ ਤਾਂ few stations per slot, even just 1। ਨੈਕਸਟ ਆ ਗਿਆ ਜੀ ਤੁਹਾਡਾ ਅਡੈਪਟਿਵ ਟਰੀ ਪ੍ਰੋਟੋਕੋਲ, ਜਿਹੜੀ ਕਿ ਕੰਟੈਂਸ਼ਨ ਲਿਮਿਟਡ ਕੰਟੈਂਸ਼ਨ ਪ੍ਰੋਟੋਕੋਲ ਦੀ ਹੀ ਜਿਹੜੀ ਟਾਈਪ ਹੈ। ਇਹਦੇ 'ਚ ਆਪਾਂ ਕੀ ਕਰਦੇ ਹਾਂ, ਪਾਰਟੀਸ਼ਨ ਦਾ ਗਰੁੱਪ ਆਫ ਸਟੇਸ਼ਨ ਐਂਡ ਲਿਮਿਟ ਦਾ ਕੰਟੈਂਸ਼ਨ ਫॉर ਈਚ ਸਲੋਟ। ਅੰਡਰ ਲਾਈਟ ਲੋਡ ਐਵਰੀਵਨ ਕੈਨ ਟਰਾਈ ਫॉर ਈਚ ਸਲੋਟ। ਜੇ ਲਾਈਟ ਹੈ ਤੁਹਾਡਾ ਲੋਡ ਤਾਂ ਹਰ ਕੋਈ ਜਿਹੜਾ ਹੈਗਾ ਟਰਾਈ ਕਰ ਸਕਦਾ। ਅੰਡਰ ਹੈਵੀ ਲੋਡ ਓਨਲੀ ਅ ਗਰੁੱਪ। ਜੇ ਹੈਵੀ ਲੋਡ ਹੈ ਤਾਂ ਸਿਰਫ ਉਹ ਪਰਟੀਕੂਲਰ ਗਰੁੱਪ ਹੀ ਉਸ ਸਲੋਟ ਦੇ ਟਰਾਈ ਕਰੂਗਾ। ਟ੍ਰੀਟ ਐਵਰੀ ਸਟੇਸ਼ਨ ਐਜ਼ ਲੀਫ ਆਫ ਬਾਈਨਰੀ ਟਰੀ। ਆਪਾਂ ਬਾਈਨਰੀ ਟਰੀ ਦੇ ਫਾਰਮ ਦੇ ਵਿੱਚ ਇਹਨੂੰ ਕਰਾਂਗੇ ਤਾਂ ਆਪਾਂ ਇਹਨੂੰ ਬਾਈਨਰੀ ਟਰੀ ਬਣਾ ਲਿਆ। ਫਸਟ ਸਲੋਟ ਆਲ ਦਾ ਸਟੇਸ਼ਨ ਕੈਨ ਟਰਾਈ ਟੂ ਗੈਟ ਦਾ ਸਲੋਟ। ਇਫ ਨੋ ਕਨਫਲਿਕਟ, ਅਗਰ ਕੋਲੀਜਨ ਨਹੀਂ ਹੋਗੀ ਤਾਂ ਫਾਈਨ ਹੈ। ਅਗਰ ਆਪਣੇ ਕੋਲ ਕੋਲੀਜਨ ਹੋ ਰਹੀ ਹੈ ਤਾਂ ਓਨਲੀ ਨੋਡਸ ਅੰਡਰ ਅ ਸਬ ਟਰੀ ਗੈਟ ਟੂ ਟਰਾਈ ਫॉर ਦਾ ਨੈਕਸਟ ਵਨ। ਜਿਹੜੇ ਉਸ ਸਬ ਟਰੀ ਉਸ ਨੋਡ ਦੇ ਅੰਦਰ ਜਿਹੜਾ ਸਬ ਟਰੀ ਬਣੂਗਾ ਸਿਰਫ ਉਹੀ ਜਿਹੜੇ ਟਰਾਈ ਕਰਨਗੇ। ਤਾਂ ਆਪਾਂ ਇਹਦੇ ਵਿੱਚ ਡੈਪਥ ਫਸਟ ਸਰਚ ਜਿਹੜਾ ਹੈਗਾ ਮੈਥਡ। ਹਾਂਜੀ, ਦਿਸ ਇਜ਼ ਅ ਬਾਈਨਰੀ ਟਰੀ। ਇਹਦੇ 'ਚ ਆਪਾਂ ਦੇਖਾਂਗੇ ਕਿ ਅਡੈਪਟਿਵ ਟਰੀ ਵਰਕ ਪ੍ਰੋਟੋਕੋਲ ਕਿਵੇਂ ਵਰਕ ਕਰ ਰਿਹਾ। ਇਹਦੇ 'ਚ ਆਪਾਂ ਮੰਨ ਲਓ ਸਲੋਟ 0 ਦੇ ਵਿੱਚ ਆਪਾਂ ਕਿਹਾ ਕਿ ਸਾਰੇ ਸਟੇਸ਼ਨ ਟਰਾਂਸਮਿਟ ਕਰ ਰਹੇ ਆ, ਸਾਰੇ ਸਟੇਸ਼ਨ ਨੂੰ ਪਰਮਿਸ਼ਨ ਦੇ ਦਿੱਤੀ ਟਰਾਂਸਮਿਟ ਕਰਨ ਦੀ। ਅਗਰ ਤਾਂ ਸਲੋਟ 0 ਦੇ ਅੰਡਰ ਸਿਰਫ A ਹੀ ਸੈਂਡ ਕਰ ਰਿਹਾ ਤਾਂ ਉਹਦੀ ਟਰਾਂਸਮਿਸ਼ਨ ਸਕਸੈਸਫੁਲ ਹੋ ਜੂਗੀ। ਅਗਰ ਸਪੋਜ਼ ਮੰਨ ਲਓ A D E H ਟਰਾਂਸਮਿਟ ਕਰ ਰਿਹਾ ਸਲੋਟ 0 ਦੇ ਵਿੱਚ, 4 ਸਟੇਸ਼ਨ ਨੇ ਟਰਾਂਸਮਿਸ਼ਨ ਕਰਨੀ ਸ਼ੁਰੂ ਕਰਤੀ ਤਾਂ ਨੈਚੁਰਲੀ ਹੈ ਕਿ ਕੋਲੀਜਨ ਆਊਗੀ। ਜਦੋਂ ਕੋਲੀਜਨ ਆ ਗਈ ਤਾਂ ਆਪਾਂ ਕੀ ਕਰਨਾ, ਇਹਨੂੰ 2 ਗਰੁੱਪਸ ਵਿੱਚ ਡਿਵਾਈਡ ਕਰ ਦੇਣਾ। 2 ਗਰੁੱਪਸ ਕਿਹੜੇ ਅੰਦਰ ਆ ਗਏ, ਨੋਡ 2 ਤੇ ਨੋਡ 3 ਦੇ ਵਿੱਚ। ਤਾਂ ਸਲੋਟ 1 ਦੇ ਵਿੱਚ ਜਿਹੜੇ ਨੋਡ 2 ਦੇ ਅੰਡਰ ਹੈਗੇ ਆ ਉਹ ਟਰਾਂਸਮਿਟ ਕਰਨਗੇ। ਇਹਦੇ ਵਿੱਚੋਂ ਨੋਡ 2 ਦੇ ਅੰਡਰ A ਤੇ D ਨੇ ਟਰਾਂਸਮਿਟ ਕੀਤੀ ਤੇ ਅਗੇਨ ਦੋ ਸਟੇਸ਼ਨ ਟਰਾਂਸਮਿਟ ਕਰ ਰਹੇ A ਤੇ D, ਤਾਂ ਅਗੇਨ ਜਿਹੜੀ ਕੋਲੀਜਨ ਆਊਗੀ। ਅਗਰ ਸਿਰਫ A ਟਰਾਂਸਮਿਟ ਕਰੂਗਾ ਤਾਂ ਜਿਹੜੀ ਟਰਾਂਸਮਿਸ਼ਨ ਜਿਹੜੀ ਸਕਸੈਸਫੁਲ ਹੋ ਜੂਗੀ। ਅਗਰ A ਤੇ D ਕਰ ਰਿਹਾ ਤਾਂ ਕੋਲੀਜਨ ਆ ਗਈ। ਅਗਰ ਕੋਲੀਜਨ ਆ ਗਈ ਤਾਂ ਫਿਰ ਆਪਾਂ ਇਹਨੂੰ 2 ਗਰੁੱਪਸ ਵਿੱਚ ਡਿਵਾਈਡ ਕਰ ਦੇਣਾ, ਨੋਡ 4 ਤੇ 5। ਜਿਹੜੇ ਨੋਡ 4 ਦੇ ਅੰਡਰ ਆ ਗਏ A ਤੇ B, 5 ਦੇ ਅੰਡਰ ਆ ਗਏ ਤੁਹਾਡੇ C ਤੇ D। ਤਾਂ ਸਲੋਟ 2 ਦੇ ਵਿੱਚ ਜਿਹੜਾ ਹੈਗਾ ਸਿਰਫ ਓਨਲੀ A ਤੇ B ਜਿਹੜੇ ਟਰਾਂਸਮਿਟ ਕਰ ਸਕਣਗੇ। ਅਗਰ ਉਹਦੇ ਚੋਂ ਇਕੱਲਾ A ਕਰਦਾ ਤਾਂ ਤੁਹਾਡੀ ਟਰਾਂਸਮਿਸ਼ਨ ਸਕਸੈਸਫੁਲ ਹੋਊਗੀ। ਅਗਰ A ਤੇ B ਦੋਨੋਂ ਕਰਦੇ ਆ
ਤਾਂ ਕਲੇਜਨ ਆ ਗਈ ਤਾਂ ਫਿਰ ਜਿਹੜੀ ਨੈਕਸਟ ਗਰੁੱਪ ਦੀ ਟਰਨ ਆ ਜੂਗੀ। ਹੁਣ ਸਲੋਟ 3 ਦੇ ਵਿੱਚ ਜਦੋਂ ਆਪਾਂ ਆਏ ਤਾਂ ਦੂਸਰਾ ਗਰੁੱਪ ਜਿਹੜਾ ਹੈਗਾ ਸੈਕੰਡ ਗਰੁੱਪ ਜਿਹੜਾ ਟਰਾਂਸਮਿਟ ਕਰੂਗਾ। ਹੁਣ ਸੈਕੰਡ ਗਰੁੱਪ ਦੇ ਵਿੱਚ ਨੋਡ 3 ਦੇ ਅੰਡਰ ਜਿਹੜੇ ਆ ਗਏ EFGH। ਹੁਣ ਅਗਰ E ਤੇ H ਦੋਨੋਂ ਟਰਾਂਸਮਿਟ ਕਰਦੇ ਆ ਤਾਂ ਅਗੇਨ ਕਲੇਜਨ ਆ ਗਈ। ਫਿਰ ਆਪਾਂ ਫਿਰ ਗਰੁੱਪਸ ਵਿੱਚ ਡਿਵਾਈਡ ਕਰ ਦਾਂਗੇ। 6 ਦੇ ਅੰਡਰ ਆ ਗਏ E ਤੇ F, 7 ਦੇ ਅੰਡਰ ਆ ਗਏ G ਤੇ H। ਫੋਰਥ ਗਰੁੱਪ ਜਿਹੜਾ ਤੁਹਾਡਾ ਹੈਗਾ E ਤੇ H, ਜੇ ਅਗਰ E ਤੇ H ਦੋਨੋਂ ਟਰਾਂਸਮਿਟ ਕਰਦੇ ਆ ਤਾਂ ਜਿਹੜੀ ਕਲੇਜਨ ਆ ਜੂਗੀ ਤੁਹਾਡੀ। ਅਗਰ ਓਨਲੀ ਸਿਰਫ E ਹੀ ਟਰਾਂਸਮਿਟ ਕਰਦਾ ਤਾਂ ਜਿਹੜੀ ਸਕਸੈਸਫੁਲ ਹੋ ਜੂਗੀ ਟਰਾਂਸਮਿਸ਼ਨ। ਇਸ ਤਰ੍ਹਾਂ ਜਿਵੇਂ ਜਿਵੇਂ ਆਪਾਂ ਨੂੰ ਕਲੇਜਨ ਆਊਗੀ ਆਪਾਂ ਅੱਗੋਂ ਗਰੁੱਪਸ ਵਿੱਚ ਡਿਵਾਈਡ ਕਰੀ ਜਾਵਾਂਗੇ ਤੇ ਟਰਨ ਬਾਏ ਟਰਨ ਜਿਹੜੇ ਹੈਗੇ ਆ ਸਟੇਸ਼ਨ ਟਰਾਂਸਮਿਟ ਕਰੀ ਜਾਣਗੇ। ਉਹੀ ਚੀਜ਼ ਆਪਾਂ ਜੀ ਇਸ ਸਲਾਈਡ ਦੇ ਵਿੱਚ ਜਿਹੜੀ ਆਪਾਂ ਪਿੱਛੇ ਬਾਈਨਰੀ ਕਰਿਆ ਉਹਦੀ ਐਕਸਪਲੇਨੇਸ਼ਨ ਹੈ। ਜਿਵੇਂ ਸਲੋਟ 0 ਦੇ ਵਿੱਚ 4 ਸਟੇਸ਼ਨ ਟਰਾਂਸਮਿਟ ਕਰ ਰਹੇ ਆ C, E, F ਤੇ H। ਆਲ ਨੋਡਸ ਅੰਡਰ 0 ਕੈਨ ਟਰਾਈ। ਸਾਰੇ ਟਰਾਈ ਕਰਨਗੇ ਤਾਂ ਆਪਣੇ ਆਪ ਜਿਹੜੀ ਹੈ ਕਲੇਜਨ ਆਊਗੀ। ਉਸ ਤੋਂ ਬਾਅਦ ਸਲੋਟ 1 ਆ ਗਿਆ। ਸਲੋਟ 1 ਦੇ ਵਿੱਚ ਜਿਹੜਾ C ਸਿਰਫ ਟਰਾਈ ਕਰ ਰਿਹਾ ਤਾਂ ਇਹਦਾ ਮਤਲਬ C ਨੇ ਸੈਂਡ ਕਰ ਦੇਣਾ। ਫਿਰ ਸਲੋਟ 2 ਦੇ ਵਿੱਚ E, F ਤੇ H ਸਾਰੇ ਨੋਡਸ ਜਿਹੜੇ ਅੰਡਰ ਨੋਡ 2 ਦੇ ਅੰਦਰ ਹੈਗੇ ਜਿਹੜੇ ਉਹ ਟਰਾਈ ਕਰ ਰਹੇ ਆ ਤਾਂ ਤਿੰਨ ਸਟੇਸ਼ਨ ਟਰਾਈ ਕਰ ਰਹੇ ਆ ਤਾਂ ਇਹਦਾ ਮਤਲਬ ਫਿਰ ਕਲੇਜਨ ਆਊਗੀ। ਫਿਰ ਸਲੋਟ 3 ਤੇ ਆ ਗਿਆ। ਫਿਰ E ਤੇ F ਜਿਹੜੇ ਹੈਗੇ ਆ ਸਾਰੇ ਨੋਡਸ ਜਿਹੜੇ ਅੰਡਰ ਨੋਡ 5 ਉਹ ਟਰਾਈ ਕਰਨਗੇ, ਫਿਰ ਕਲੇਜਨ ਆ ਗਈ। ਫਿਰ ਸਲੋਟ 4 ਦੇ ਅੰਡਰ ਆਪਾਂ ਆ ਗਏ ਸਿਰਫ E ਟਰਾਂਸਫਰ ਕਰ ਰਿਹਾ, E ਸੈਂਡ ਕਰ ਰਿਹਾ ਤਾਂ ਉੱਥੇ ਜਿਹੜੀ ਹੈਗੀ ਆ ਤੁਹਾਡਾ ਡਾਟਾ ਸੈਂਡ ਹੋ ਜਾਊਗਾ ਸਕਸੈਸਫੁਲੀ ਕਿਉਂਕਿ ਸਿਰਫ E ਕਰ ਰਿਹਾ। ਫਿਰ ਸਲੋਟ 5 ਦੇ ਵਿੱਚ ਸਿਰਫ F ਟਰਾਈ ਕਰ ਰਿਹਾ ਤੇ F ਨੇ ਸੈਂਡ ਕਰ ਦੇਣਾ। ਸਲੋਟ 6 ਦੇ ਵਿੱਚ ਆ ਗਿਆ ਜਿਹੜਾ H, all nodes under node 6 can try to send ਤੇ H ਨੇ ਵੀ ਜਿਹੜਾ send ਕਰ ਦੇਣਾ। Thanks for watching this video.